सतनाम श्री वाहेगुरु साहिब जीओ। गुरु गरीब नवाज साहिब श्री गुरु ग्रंथ साहिब जीओ महाराज। अचर चरै तां सिद्ध होई सिद्धि ते बुध पाई। प्रेम के सर लागे तन भीतर तां परम काटिया जाई। मेरे गोबिंद अपने जन को दे वडियाई। गुरमत राम नाम परगासों सदा रहो शरणाई। रहाओ इहु संसार सब आवण जाना। मन मूर्ख चेत अजाना। हर जीव कृपा करो गुर मेलो तां हर नाम समाना। जिसकी वस्त सोई प्रभ जाने जिसनो दे सो पाए। वस्त अनूप अति अगम अगोचर गुर पूरा अलख लखाए। जिन एह राखी सोई जाने गुंगे की मठियाई। रत्न लुकाया लुकै नाही जे को रखै लुकाई। सब किछ तेरा तू अंतरजामी तू सबना का प्रभ सोई। जिसनो दात करे सो पाए जन नानक अवर न कोई। वाहिगुरु 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 सच्चे पिता वाहिगुरु। दीन दुनिया दे वाली जगत दे पिता जगत गुरु क्यावर छात्र तख्त दे मालक नेह कलंक अवतार बाणी के बोहित। दसां गुरुआं दी आत्मिक जोत शब्द गुरु धन धन साहिब श्री गुरु ग्रंथ साहिब जी महाराज जी की पवित्र हजूरी अंदर सपाए मान गुरु सवारी गुरु प्यार वाली साध संगत जीओ। गुरु फतेह प्रवान करो जी। वाहिगुरु जी का खालसा वाहिगुरु जी की फतेह। वड्डे भागा वाले हैं जो अमृत वेले दे दीवाना की हाजरी भरद्या होया शहनशाह प्रीतम धन गुरु ग्रंथ साहिब महाराज सच्चे पातशाह जी की हजूरी विच विराजमान होकर सतगुरां दी रब्बी बाणी दे उपदेश सरवण कर रहे हैं। आज सज की वार दे कीर्तन आप जी ने गुरु सवारिया पासों सरवण कीते। आओ बड़े प्यार दे नाल गुर शब्द की विचारना जुड़ना करिए। सतगुरु जी बचन करते ने अचर चरै तां सिद्ध होई सिद्धि ते बुध पाई। पंचम पिता साहब माफ करना चौथे पिता साहब श्री गुरु रामदास सच्चे पातशाह जी का पावन शब्द सोरठ राग दे विच उचारिया होया सतगुरां दे पावन पवित्र अंग 607 ते सुभाईमान। अचर चरै तां सिद्ध हुई। अचर दा अर्थ ना जित्या जा सकण वाला जिते काबू ना पाया जा सके। इत्थे मन की गल है। चरै दा अर्थ जित लिया जावे जित लिया जाता है। ते सिद्धि दा भाव कामयाबी दे नाल है। वो मुकाम जो हासिल करना चाहिए तो वह मिल पवे भाव सिद्धि की प्राप्ति होगी। रिद्धियां ते सिद्धियां की गल ते बुद्ध का भाव अकल। हजूर वचन करते ने अचर चरै तां सिद्ध होई सिद्धि ते बुध पाई। हे भाई गुरु की शरण पै के जदों मनुख इस अजित मन को जित लैंदा, क्योंकि मन को जितना साडे वस की गल नहीं। मन कोले बड़ी वड्डी फौज है।
ਵਿਕਾਰਾਂ ਦੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਉਹਨਾਂ ਵਿਕਾਰਾਂ ਦੇ ਵਿੱਚੋਂ ਨਿਕਲੇ ਹੋਏ ਅਲੱਗ-ਅਲੱਗ ਤ੍ਰਿਸ਼ਨਾਵਾਂ ਦੇ ਰੂਪ ਨੇ। ਬੜੀ ਵਿਕਾਰਾਂ ਦੀ ਫੌਜ ਲੈ ਕੇ ਮਨ ਸਾਡੇ ਕਿਲੇ ਦੇ ਉੱਤੇ ਰਾਜ ਕਰ ਰਿਹਾ, ਲੇਕਿਨ ਇਹਨੂੰ ਕੱਲਿਆਂ ਜਿੱਤਣਾ ਸੌਖੀ ਗੱਲ ਨਹੀਂ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰਬਾਰ ਮਨ, ਮਾਰੈ ਲੂਟੈ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨਾ। ਉਹ ਪੰਜ ਨੇ ਤੇ ਮੈਂ ਕੱਲਾ, ਨਿਤ ਪ੍ਰਤੀ ਦਿਨ ਮੈਨੂੰ ਮਾਰ ਕੇ ਲੁੱਟਦੇ ਨੇ, ਮੇਰੇ ਅੰਦਰੋਂ ਸੱਚ ਲੁੱਟਿਆ ਜਾ ਰਿਹਾ। ਮਿਹਰ ਕਰ, ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੇਰੇ ਘਰ ਨੂੰ ਲੁੱਟਣੋਂ ਬਚਾ ਲਾ। ਪੰਜ ਦੁਸ਼ਮਣ ਜੋ ਬੜੇ ਵਿਕਰਾਲ ਨੇ, ਬੜੇ ਪ੍ਰਭਾਵਸ਼ਾਲੀ ਨੇ, ਜਿਨ੍ਹਾਂ ਨੂੰ ਤੋੜਨਾ ਮੇਰੇ ਵੱਸ ਦੀ ਗੱਲ ਨਹੀਂ ਹੈ। ਹਜ਼ੂਰ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਜਿਹਨੇ ਅਜਿੱਤ ਮਨ ਨੂੰ ਜਿੱਤ ਲਿਆ, ਤਦੋਂ ਜੀਵਨ ਸੰਗਰਾਮ ਦੇ ਵਿੱਚ ਉਹ ਕਾਮਯਾਬੀ ਹਾਸਲ ਕਰ ਲੈਂਦਾ, ਜੀਵਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ, ਸਿੱਧੀ ਮਿਲ ਜਾਂਦੀ ਹੈ। ਤੇ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ, ਸਿੱਧੀ ਦੇ ਨਾਲ ਇੱਕ ਬੁੱਧੀ ਵੀ ਆ ਜਾਂਦੀ ਹੈ। ਕਿਉਂਕਿ ਜਦੋਂ ਕੋਈ ਲੜਾਈ ਜਿੱਤਦੇ ਨਾ, ਹੁਣ ਆ ਕਰੋਨਾ ਵਾਇਰਸ ਬਿਮਾਰੀ ਚੱਲੀ ਹੈ, ਤੇ ਇਹਨੇ ਬੜੀ ਕੁਛ ਅਕਲ ਦੇ ਕੇ ਜਾਣੀ ਦੁਨੀਆ ਨੂੰ। ਨਹੀਂ ਤਾਂ ਕਿਸੇ ਵਕਤ ਸਾਡੀ ਜ਼ਿੰਦਗੀ ਸੀ, ਅਸੀਂ ਪਰਵਾਹ ਹੀ ਨਹੀਂ ਕਰਦੇ ਸੀ, ਬਿਨਾਂ ਹੱਥ ਧੋਤੇ ਰੋਟੀ ਖਾ ਲੈਣੀ, ਕੋਈ ਪਰਵਾਹ ਨਹੀਂ ਕਰਨੀ ਸਾਫ਼ ਸਫਾਈ ਦੀ। ਹੁਣ ਹਰ ਬੰਦਾ ਜਿਹੜਾ ਕਦੇ ਨਹਾਉਣ ਵੀ ਨਹੀਂ ਜਾਂਦਾ ਸੀ, ਉਹ ਬੰਦਾ 10-10 ਵਾਰੀ ਹੱਥ ਧੋਂਦਾ ਦਿਹਾੜੀ ਦੇ ਵਿੱਚ, ਕਿਉਂਕਿ ਡਰ ਹੈ ਨਾ। ਡਰ ਬੰਦੇ ਨੂੰ ਅਕਲ ਵੀ ਸਿਖਾਉਂਦਾ ਹੈ। ਸੋ ਕੋਈ ਨਾ ਕੋਈ ਲੜਾਈ, ਕੋਈ ਨਾ ਕੋਈ ਜੰਗ ਤੋਂ ਬਾਅਦ ਜਦੋਂ ਉਹਦੇ ਨਤੀਜਿਆਂ ਦਾ ਅੰਕਲਨ ਕੀਤਾ ਜਾਂਦਾ ਤੇ ਬੜੀ ਅਕਲ ਆਉਂਦੀ ਹੈ, ਤੇ ਗਾਂ ਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਵੀ ਭਾਈ ਇਹ ਨੁਕਸਾਨ ਸਾਨੂੰ ਇਸ ਵਜ੍ਹਾ ਨਾਲ ਝੱਲਣਾ ਪਿਆ। ਹੁਣ ਜਦੋਂ ਗੁਰੂ ਦੀ ਸ਼ਰਨ ਪੈ ਕੇ ਅਜਿੱਤ ਮਨ ਨੂੰ ਜਿੱਤ ਲਿਆ, ਵਿਕਾਰਾਂ ਦੇ ਉੱਤੇ ਕਾਬੂ ਪੈ ਗਿਆ, ਤੇ ਵਿਕਾਰ ਗੁਣਾਂ ਦੇ ਵਿੱਚ ਤਬਦੀਲ ਹੋ ਗਏ, ਸਿੱਧੀ ਮਿਲ ਗਈ, ਕਾਮਯਾਬੀ ਮਿਲ ਗਈ ਜ਼ਿੰਦਗੀ ਦੇ ਵਿੱਚ। ਕਾਮਯਾਬੀ ਦੇ ਨਾਲ ਇਹ ਅਕਲ ਪੈ ਗਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭਰਮ ਕਾਟਿਆ ਜਾਏ। ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਹਿਰਦੇ ਦੇ ਵਿੱਚ ਜਦੋਂ ਵਿੰਝ ਜਾਂਦੇ ਹਨ, ਤਦੋਂ ਹੀ ਇਸ ਮਨ ਦੀ ਭਟਕਣਾ ਸਦਾ ਲਈ ਕੱਟੀ ਜਾਂਦੀ ਹੈ। ਕਿਉਂਕਿ ਮਾਲਕ ਦੇ ਨਾਮ ਤੋਂ ਬਿਨਾਂ ਇਸ ਮਨ ਨੂੰ ਵਿੰਨਣ ਵਾਲਾ ਕੋਈ ਮਹਾਬਲੀ ਨਹੀਂ ਹੈ। ਪਰਮਾਤਮਾ ਦੇ ਪਿਆਰ ਦੇ, ਉਹਦੇ ਨਾਮ ਦੇ ਤੀਰ ਹੀ ਇਸ ਕਠੋਰ ਪੱਥਰ ਮਨ ਨੂੰ ਪਿਘਲਾਉਣ ਦੀ ਤਾਕਤ ਰੱਖਦੇ ਨੇ, ਤੋੜਨ ਦੀ ਤਾਕਤ ਰੱਖਦੇ ਨੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਹੁਣ ਕੂੜ ਦੀ ਕੰਧ, ਅਗਿਆਨਤਾ ਦੀ ਕੰਧ ਤੋੜਨੀ ਸਾਡੇ ਵੱਸ ਦੀ ਗੱਲ ਨਹੀਂ। ਹਜ਼ੂਰ ਕਹਿੰਦੇ ਹੁਕਮ ਰਜ਼ਾਈ, ਚੱਲਣਾ ਨਾਨਕ ਲਿਖਿਆ ਨਾ। ਮਾਰੈ ਲੂਟੈ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨਾ। ਬਚਨ ਕਰਦੇ ਸਤਿਗੁਰੂ ਸ਼੍ਰੀ ਰਾਮ ਨਾਮ ਉਚਰਮ ਨਾ, ਆਗੇ ਜਮ ਦਲ ਵਿਖਮ ਕਰਨਾ। ਪਰਮਾਤਮਾ ਦੇ ਨਾਮ ਦੀ ਸ਼ਰਨ ਲੈ, ਕਿਉਂਕਿ ਅੱਗੇ ਜਮਾਂ ਦਾ ਦਲ ਬਹੁਤ ਵੱਡਾ ਤੇਰੇ ਜੀਵਨ ਦਾ ਖਾਤਮਾ ਕਰਨ ਦੇ ਲਈ ਤਿਆਰ ਖੜਾ ਹੈ। ਉਹ ਜਮ ਕੀ ਨੇ? ਉਹ ਵਿਕਾਰ ਨੇ, ਜਿਨ੍ਹਾਂ ਨੇ ਜ਼ਿੰਦਗੀ ਨੂੰ ਤਬਾਹ ਕਰ ਦੇਣਾ ਹੈ। ਤੇ ਉਹਨਾਂ ਤੋਂ ਬਚਿਆ ਤਾਂ ਹੀ ਜਾ ਸਕਦਾ ਜੇ ਮਾਲਕ ਦੀ ਸ਼ਰਨ ਹੋਵੇ। ਕਿਉਂਕਿ ਪ੍ਰਧਾਨ ਮੰਤਰੀ ਦੇ ਨਾਲ ਯਾਰੀ ਹੋਵੇ ਨਾ, ਤੇ ਆ ਥਾਣੇਦਾਰਾਂ ਤੋਂ ਕੋਈ ਨਹੀਂ ਡਰਦਾ, ਜਿਹਦੀ ਪਹੁੰਚ ਉੱਥੋਂ ਤੱਕ ਹੁੰਦੀ ਹੈ। ਤੇ ਜਿਹਦੀ ਪਹੁੰਚ ਮਾਲਕ ਤੱਕ ਹੋਵੇ, ਤੇ ਦੁਨੀਆ ਦੇ ਸਾਰੇ ਮੰਤਰੀ ਸ਼ੰਤਰੀ ਥੱਲੇ ਰਹਿ ਜਾਂਦੇ ਨੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਰਾਜਾ ਨਹੀਂ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤਿ ਰਾਮ ਨਾਮ ਪ੍ਰਗਾਸੋਂ ਸਦਾ ਰਹੂੰ ਸ਼ਰਣਾਈ। ਹੇ ਮੇਰੇ ਗੋਬਿੰਦ, ਆਪਣੇ ਦਾਸ ਨੂੰ ਇਹ ਇੱਜ਼ਤ ਬਖਸ਼ ਕਿ ਗੁਰੂ ਦੀ ਮੱਤ ਦੀ ਰਾਹੀਂ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ, ਕਿਉਂਕਿ ਮੈਨੂੰ ਸਦਾ ਆਪਣੀ ਸ਼ਰਨ ਦੇ ਵਿੱਚ ਰੱਖ। ਮਾਲਕ ਤੋਂ ਇਹ ਮੰਗ ਵੀ ਸੱਚਾ ਗੁਰੂ ਮੈਨੂੰ ਜ਼ਿੰਦਗੀ ਦੇ ਵਿੱਚ ਮਿਲ ਜਾਵੇ। ਹਰ ਸਾਚਾ ਸਿਮਰੋ ਭਾਈ। ਹੁਣ ਸੱਚੇ ਨੂੰ ਜਦੋਂ ਸਿਮਰਾਂਗੇ ਜ਼ਿੰਦਗੀ ਦੇ ਵਿੱਚ, ਤੇ ਸੱਚ ਪ੍ਰਗਟ ਹੋਵੇਗਾ। ਸੱਚ ਦੀ ਬਰਕਤ ਦੇ ਨਾਲ ਜਿਹੜਾ ਝੂਠ ਵੱਢਿਆ ਜਾਵੇਗਾ ਜ਼ਿੰਦਗੀ ਦੇ ਵਿੱਚੋਂ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਕਿਉਂਕਿ ਜੀਂਦਾ ਉਹੀ ਹੈ ਜਿਹਨੇ ਅੰਮ੍ਰਿਤ ਰੂਪੀ ਨਾਮ ਆਪਣੇ ਜੀਵਨ ਦੇ ਵਿੱਚ ਸਿਮਰ ਲਿਆ। ਕਿਉਂਕਿ ਸਿੱਖ ਦਾ ਜੀਵਨ ਕੈਸਾ ਬਣਾਇਆ ਸਤਿਗੁਰੂ ਨੇ? ਆਖਾਂ ਜੀਵਾਂ ਵਿਸਰੈ ਮਰ ਜਾਵਾਂ, ਆਖਣ ਔਖਾ ਸਾਚਾ ਨਾ। ਜੇ ਤੇਰਾ ਨਾਮ ਜ਼ਿੰਦਗੀ ਦੇ ਵਿੱਚੋਂ ਉਚਰਦਾ ਤੇ ਮੈਨੂੰ ਜ਼ਿੰਦਗੀ ਮਿਲਦੀ ਹੈ, ਇੱਕ ਪਲ ਲਈ ਵੀ ਤੂੰ ਵਿਸਰਦਾ ਤੇ ਮੈਂ ਤਬਾਹ ਹੋ ਜਾਣਾ। ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਕਿਉਂਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਰਹਿਮਤ, ਇਹ ਬੁੱਧੀ ਮਿਲ ਜਾਵੇ ਨਾ, ਇਹ ਅਕਲ ਮਿਲ ਜਾਵੇ, ਤੇ ਸਦਾ ਜ਼ਿੰਦਗੀ ਨੂੰ ਸਦਾ ਕਾਇਮ ਰਹਿਣ ਵਾਲਾ, ਸੁਖ ਦੇਣ ਵਾਲਾ ਰੱਬ ਦੀ ਕਥਾ, ਰੱਬ ਦਾ ਕੀਰਤਨ, ਇਲਾਹੀ ਬਾਣੀ ਦੀ ਵਿਚਾਰ ਜਦੋਂ ਜ਼ਿੰਦਗੀ ਦੇ ਵਿੱਚ ਆ ਮਿਲ ਪਵੇ, ਤੇ ਸਾਰੇ ਭਰਮ ਕੱਟੇ ਜਾਂਦੇ ਨੇ। ਫੂਟੋ ਆਂਡਾ ਭਰਮ ਕਾ ਮਨੇ ਭਿਓ ਪ੍ਰਗਾਸ। ਹੁਣ ਮੈਂ ਉਸ ਦਿਨ ਵਿਚਾਰ ਕੀਤੀ ਸੀ ਵੀ ਆਂਡੇ ਦੇ ਵਿੱਚ ਜਦੋਂ ਬੱਚਾ ਰਹਿੰਦਾ, ਆਂਡੇ ਦਾ ਖੋਲ ਤੁਸੀਂ ਵੇਖਿਆ ਹੋਣਾ, ਆਂਡੇ ਦੇ ਵਿੱਚ ਜਦੋਂ ਬੱਚਾ ਹੁੰਦਾ ਨਾ,
ਉਹਨਾਂ ਚਿਰ ਉਡਾਰੀ ਨਹੀਂ ਮਾਰ ਸਕਦਾ, ਉਹਨੂੰ ਫੰਗ ਲਾਏ ਰੱਬ ਨੇ, ਉੱਡਣ ਦੀ ਸਮਰੱਥਾ ਹੈ। ਲੇਕਿਨ ਜਿੰਨਾ ਚਿਰ ਖੋਲ ਭੰਨ ਕੇ ਉਹ ਬਾਹਰ ਨਹੀਂ ਆਉਂਦਾ, ਉੱਡ ਨਹੀਂ ਸਕਦਾ। ਖੋਲ ਦੇ ਆਵਰਣ ਦੇ ਵਿੱਚ ਉਹ ਕੈਦ ਹੈ। ਉਹ ਖੋਲ ਤੋੜ ਕੇ ਬਾਹਰ ਆਉਂਦਾ ਤੇ ਆਜ਼ਾਦ ਹਸਤੀ ਦੇ ਨਾਲ ਅਸਮਾਨ ਦੇ ਵਿੱਚ ਉੱਡਦਾ ਹੈ। ਹਜ਼ੂਰ ਕਹਿੰਦੇ ਤੂੰ ਵੀ ਵਿਕਾਰਾਂ ਦੇ ਖੋਲ ਦੇ ਵਿੱਚ, ਭਰਮ ਦੇ ਆਂਡੇ ਦੇ ਵਿੱਚ ਜਕੜਿਆ ਹੋਇਆ ਤੇਰਾ ਜੀਵਨ, ਜਿਹਦੇ ਵਿੱਚ ਵਹਿਮ ਨੇ। ਵਹਿਮ ਕਿਹੜੇ? ਰਾਹੂ ਕੇਤੂ ਸਾਨੂੰ ਚਿੰਬੜ ਗਿਆ ਜੀ, ਸਾਨੂੰ ਸ਼ਨੀ ਚਿੰਬੜ ਗਿਆ, ਸਾਨੂੰ ਸੂਰਜ ਦਾ ਗ੍ਰਹਿਣ ਚਿੰਬੜ ਗਿਆ, ਸਾਨੂੰ ਚੰਦ ਦਾ ਗ੍ਰਹਿਣ ਚਿੰਬੜ ਗਿਆ, ਜੰਤਰੀਆਂ ਦੇ ਵਹਿਮ, ਪੱਤਰੀਆਂ ਦੇ ਵਹਿਮ, ਪਤਾ ਨਹੀਂ ਕਿਹੜੇ ਕਿਹੜੇ ਪਖੰਡ ਆਪਣੀ ਮੱਤ ਨੂੰ ਲਾ ਰੱਖੇ। ਸ਼ਨੀ ਕੀ ਹੈ? ਜਿਸ ਸ਼ਨੀ ਨੂੰ ਤੁਸੀਂ ਦੇਵਤਾ ਕਹਿੰਦੇ ਹੋ, ਕਦੇ ਵਿਗਿਆਨ ਦੇ ਵਿੱਚ ਪੜ੍ਹ ਕੇ ਵੇਖੋ। ਅੱਜ ਇਹ ਬੇਅਕਲੀਆਂ ਗੱਲਾਂ ਕਰਨ ਵਾਲੇ ਨੂੰ ਅਕਲਮੰਦ ਨਹੀਂ ਕਿਹਾ ਜਾ ਸਕਦਾ, ਪਰ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਗ੍ਰਹਿ ਹੈ ਸ਼ਨੀ, ਜਿਹੜਾ ਧਰਤੀ ਤੋਂ ਕਈ ਗੁਣਾ ਵੱਡਾ ਹੈ। ਹੁਣ ਇਹ ਗੱਲ ਕਹੀ ਜਾਂਦੀ ਵੀ ਸਾਡੇ ਉੱਤੇ ਸ਼ਨੀ ਚੜ੍ਹ ਗਿਆ। ਜੇ ਸ਼ਨੀ ਉਹ ਉੱਤੇ ਚੜ੍ਹ ਜਾਵੇ ਤੇ ਸਾਡੀ ਮਾਫ ਕਰਿਓ ਚਟਣੀ ਬਣ ਜਾਣੀ ਹੈ, ਐਡਾ ਭਾਰਾ। ਹੁਣ ਕਿਉਂ ਅਗਿਆਨਤਾ ਵਾਲੀਆਂ ਗੱਲਾਂ ਕਰਦੇ ਹੋ? ਸੂਰਜ ਇੱਕ ਅੱਗ ਦਾ ਗੋਲਾ, ਇੱਕ ਅੱਗ ਦਾ ਗ੍ਰਹਿ ਹੈ, ਜਿਹਦੀ ਸਿਰਜਣਾ ਪਰਮਾਤਮਾ ਨੇ ਕੀਤੀ ਹੈ, ਜਿਹਨੂੰ ਦੇਵਤੇ ਦੀ ਤਰ੍ਹਾਂ ਅਸੀਂ ਪੂਜਦੇ ਹਾਂ ਕਿਉਂਕਿ ਸਾਨੂੰ ਰੌਸ਼ਨੀ ਦਿੰਦਾ ਹੈ। ਸੂਰਜ ਨੂੰ ਗ੍ਰਹਿਣ ਲੱਗਣਾ, ਸੂਰਜ ਨੂੰ ਕੌਣ ਬੁਝਾ ਸਕਦਾ? ਕੋਈ ਅੱਗੇ ਪਲੈਨਟ ਦੀ ਛਾਂ ਆ ਜਾਂਦੀ ਹੈ। ਕਦੇ ਵਿਗਿਆਨ ਪੜ੍ਹਿਓ, ਵਿਗਿਆਨ ਦਾ ਵਿਸ਼ਾ ਬੜਾ ਲੰਮਾ ਹੈ, ਕਿਉਂਕਿ ਜਦੋਂ ਧਰਤੀ ਦਾ ਜਿਹੜਾ ਇੱਕ ਹਿੱਸਾ ਜਿਹੜਾ ਸੂਰਜ ਦੇ ਸਾਹਮਣੇ ਹੋਵੇ ਉਹ ਚਾਨਣ ਦੇ ਵਿੱਚ ਰਹਿੰਦਾ ਤੇ ਪਿਛਲੇ ਹਿੱਸੇ ਦੇ ਵਿੱਚ ਹਨੇਰਾ ਹੁੰਦਾ। ਜਦੋਂ ਘੁੰਮ ਕੇ ਧਰਤੀ ਵਾਪਸ ਸਾਹਮਣੇ ਆ ਜਾਂਦੀ ਹੈ, ਉਧਰਲੇ ਪਾਸੇ ਪ੍ਰਕਾਸ਼ ਹੋ ਜਾਂਦਾ ਹੈ। ਇਹ ਤਾਂ ਧਰਤੀ ਦੀ ਗਤੀ ਦੇ ਨਾਲ ਨਿਰਧਾਰਿਤ ਹੁੰਦਾ ਨਾ, ਕਿਹੜੇ ਗ੍ਰਹਿਣ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ। ਜੇ ਸੂਰਜ ਪਰਮਾਤਮਾ ਨੇ ਬਣਾਇਆ, ਜੇ ਧਰਤੀ ਮਾਲਕ ਨੇ ਸਿਰਜੀ ਹੈ, ਤੇ ਧਰਤੀ ਦੇ ਘੁੰਮਣ ਦੇ ਨਾਲ ਸੌਰ ਮੰਡਲ ਦੇ ਜਿਹੜਾ ਚੱਕਰ ਵੀ ਬਣਿਆ ਹੋਇਆ ਹੈ, ਉਹਦੀ ਵਜ੍ਹਾ ਨਾਲ ਦਿਨ ਤੇ ਰਾਤ ਬਣਦੇ, ਤੇ ਪਰਮਾਤਮਾ ਦਾ ਬਣਾਈ ਹੋਈ ਕੋਈ ਚੀਜ਼ ਮਾੜੀ ਹੋ ਸਕਦੀ ਹੈ? ਆਹ ਦਿਨ ਮਾੜਾ ਜੀ, ਆਹ ਘੜੀਆਂ ਮਾੜੀਆਂ ਜੀ, ਫਲਾਨਾ ਕਲਹਿਣਾ ਦਿਨ ਨਹੀਂ ਚੜ੍ਹਦਾ, ਕਲਹਿਣੀ ਮੱਤ ਚੜ੍ਹਦੀ ਹੈ ਸਾਡੇ ਜੀਵਨ ਨੂੰ, ਜਿਹੜੀ ਸਾਡੀ ਜ਼ਿੰਦਗੀ ਦਾ ਬੇੜਾ ਗਰਕ ਕਰ ਦਿੰਦੀ ਹੈ। ਜਦੋਂ ਜ਼ਿੰਦਗੀ ਦੇ ਵਿੱਚ ਇਹ ਆਵੇ ਵੀ ਮੈਂ ਕਿਸੇ ਦੇ ਨਾਲ ਫਰੇਬ ਕਰਨਾ, ਮੈਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੇ ਉੱਤੇ ਹੱਥ ਪਾਉਣਾ, ਸਮਝ ਲਓ ਕਲਹਿਣਾ ਦਿਨ ਚੜ੍ਹ ਗਿਆ। ਭਾਵ ਕਲਹਿਣੀ ਮੱਤ ਚੜ੍ਹ ਗਈ ਹੈ, ਜਿਹਨੇ ਇਹੋ ਜਿਹਾ ਕੰਮ ਕਰਵਾ ਦਿੱਤਾ ਵੀ ਜ਼ਿੰਦਗੀ ਬਰਬਾਦ ਹੋ ਗਈ। ਗੱਲ ਤਾਂ ਇੱਥੋਂ ਹੈ ਨਾ, ਪ੍ਰੇਮ ਕੇ ਸਰ ਲੱਗ ਗਏ ਤਨ ਭੀਤਰ ਤਾਂ ਭਰਨ ਕਾਟਿਆ ਜੀ। ਜਦੋਂ ਗੁਰੂ ਨੇ ਸੱਚ ਦਾ ਗਿਆਨ ਬਖਸ਼ਿਆ, ਪਿਆਰ ਦੇ ਤੀਰ ਮਾਰੇ ਤੇ ਇਹ ਵਹਿਮ ਕੱਢੇ ਗਏ, ਇਹ ਭਰਮ ਕੱਟੇ ਗਏ। ਭਾਈ ਕੋਈ ਗ੍ਰਹਿਣ ਨਹੀਂ, ਕੋਈ ਭੂਤ ਪ੍ਰੇਤ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਸਲ ਦੇ ਵਿੱਚ ਭੂਤ ਕੀ ਨੇ? ਭੂਤ ਨੇ ਪੰਜ ਵਿਕਾਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਹੁਣ ਉਹ ਮਾਰਦੇ ਆ, ਲੁੱਟਦੇ ਆ, ਪੰਜ ਚੋਰ ਨਿਤ ਪ੍ਰਤੀ ਦਿਨ ਅੰਮ੍ਰਿਤ ਲੁੱਟਦੇ ਆ। ਲੇਕਿਨ ਸਾਨੂੰ ਹਜੇ ਵੀ ਸਮਝ ਨਹੀਂ ਆਉਂਦੀ ਵੀ ਅਸਲੀ ਗ੍ਰਹਿਣ ਤਾਂ ਸਾਡੇ ਮਨ ਨੂੰ ਲੱਗਾ ਹੋਇਆ, ਅਸੀਂ ਸੂਰਜ ਗ੍ਰਹਿਣ ਤੋਂ ਡਰੀ ਜਾਂਦੇ ਹਾਂ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਦਾ ਭਰਮ ਕਾਟਿਆ ਜਾਈ, ਬਚਨ ਕੀਤੇ ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਇਹ ਮੂਰਖ ਮਨ, ਗੁਰੂ ਤੋਂ ਇਹ ਗੱਲ ਦੀ ਸਮਝ ਲੈ ਲਾ ਵੀ ਇਹ ਸੰਸਾਰ ਨੇ ਆਉਣਾ ਜਾਣਾ ਹੈ। ਜੋ ਵੀ ਦੁਨੀਆ ਦੇ ਵਿੱਚ ਪੈਦਾ ਹੋਇਆ ਖਤਮ ਹੋ ਜਾਣਾ ਹੈ ਤੇ ਨਵਾਂ ਪੈਦਾ ਹੋ ਜਾਣਾ ਹੈ। ਇਹ ਜੀਵਨ ਚੱਕਰ ਵੀ ਮਾਲਕ ਦਾ ਰਚਿਆ ਹੋਇਆ ਹੈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਤੇ ਪ੍ਰਮਾਤਮਾ ਨੇ ਮਿਹਰਮਤ ਕੀਤੀ, ਤਰਲਾ ਪਾ ਮੈਨੂੰ ਸੱਚੇ ਗੁਰੂ ਦੀ ਸ਼ਰਨ ਬਖਸ਼, ਤਾਂ ਕਿ ਮੈਨੂੰ ਵੀ ਗਿਆਨ ਆ ਜਾਵੇ, ਜ਼ਿੰਦਗੀ ਜੀਣ ਦੀ ਸੋਝੀ ਆ ਜਾਵੇ, ਇਹ ਭਰਮ ਦਾ ਜਿਹੜਾ ਆਂਡਾ ਟੁੱਟ ਜਾਵੇ ਤੇ ਮੇਰਾ ਜੀਵਨ ਆਜ਼ਾਦ ਹੋ ਕੇ ਤੇਰੀ ਰਜ਼ਾ ਦੇ ਵਿੱਚ ਵਿਚਰੇ। ਜਿਸ ਕੀ ਵਥ ਸੋਈ ਪ੍ਰਭ ਜਾਣੈ, ਜਿਸਨੂੰ ਦੇ ਸੁਪਾਏ ਵਸਤ ਅਨੂਪ ਅਤ ਅਗਮ ਗੋਚਰ ਪੂਰਾ ਅਲਕ ਲਕਾਏ। ਹੇ ਭਾਈ, ਇਹ ਨਾਮ ਦੀ ਵਸਤ ਜਿਸ ਪਰਮਾਤਮਾ ਦੀ ਮਲਕੀਤ ਹੈ, ਕਿਉਂਕਿ ਪਰਮਾਤਮਾ ਦਾ ਨਾਮ ਹੈ ਤੇ ਪਰਮਾਤਮਾ ਨਾਮ ਦਾ ਮਾਲਕ ਹੈ, ਤੇ ਉਹੀ ਜਾਣਦਾ ਹੈ ਅਸਲ ਦੇ ਵਿੱਚ ਕੀ ਖੇਡ ਹੈ, ਕਿਉਂਕਿ ਉਹਦੀ ਸਮਝ ਤੱਕ ਪਹੁੰਚਣਾ ਸਾਡੇ ਵੱਸ ਦੀ ਗੱਲ ਨਹੀਂ। ਇਹ ਮਾਲਕ ਹੀ ਜਾਣਦਾ। ਜਿਸ ਜੀਵ ਨੂੰ ਪ੍ਰਭੂ ਇਹ ਦਾਤ ਦੇ ਦਿੰਦਾ ਹੈ ਉਹ ਸਮਝ ਸਕਦਾ ਹੈ। ਜਿਸ ਤੋਂ ਗੁਰੂ ਦਾ ਸ਼ਬਦ ਮਿਲ ਜਾਵੇ, ਜਿਹਦੇ ਮਨ ਦੇ ਵਿੱਚ ਸ਼ਬਦ ਦੀ ਵਿਚਾਰ ਆ ਜਾਵੇ, ਤੇ ਉਹਨੂੰ ਇਹ ਗੱਲ ਦੀ ਸੋਝੀ ਪੈ ਜਾਂਦੀ ਹੈ ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਦੇ ਵਿੱਚ ਇਸ ਦੇ ਵਰਗੀ ਕੋਈ ਵਸਤ ਨਹੀਂ। ਗੱਲ ਪਰਮਾਤਮਾ ਦੇ ਨਾਮ ਦੀ ਹੈ। ਕਿਸੇ ਚਤੁਰਾਈ, ਕਿਸੇ ਸਿਆਣਪ ਦੇ ਰਾਹੀਂ ਇਸ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇ ਮਨੁੱਖ ਦੇ ਗਿਆਨ ਇੰਦਰੀਆਂ ਦਾ ਵੀ ਇਸ ਦੇ ਤੱਕ ਕੋਈ ਪਹੁੰਚ ਨਹੀਂ। ਜੇ ਪੂਰਾ ਗੁਰੂ ਮਿਲ ਪਵੇ ਤੇ ਅਦ੍ਰਿਸ਼ਟ ਪ੍ਰਭੂ ਦੇ ਦੀਦਾਰ ਜ਼ਿੰਦਗੀ ਦੇ ਵਿੱਚ ਕਰਵਾ ਦਿੰਦਾ। ਹੁਣ ਬੰਦਾ ਆਪਣੀਆਂ ਚਤਰਾਈਆਂ ਸਿਆਣਪਾਂ ਦੇ ਨਾਲ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਦਾਰੋ।
बड़ा प्यारा भोजन बख्शिया सानू सतगुरां ने जिंदगी दे विच, जिंदगी दे थाल दे विच सत पिया, संतोख पिया, शब्द दी विचार है ते विचार तो पैदा होने वाला अमृत रूपी नाम है। ते जिन्हें ये खा लिया, जिन्हें ये पचा लिया, जे को खावे जे को भुंचे तिसका होए उधारो, वो अपनी जिंदगी का उधार कर जाता है। ते जे बदहजमी हो जाए तो फिर हिसाब ला लो जिंदगी का की हाल होता है। जो असी कोई भोजन खाने ताकत के लिए ज़्यादा खा लीए तो बदहजम ही हो जाती है। जो खाण का तरीका ना पता हो, ज्ञान ना हो भी की खाना कितना खाना तो शरीर बीमार हो जाता है। उस तरह जिंदगी दे विच भी असी बहुत कुछ खाने, बहुत कुछ पीने हैं। हुण बेशक जबान के राही खाइए, कन्ना के राही खाइए, अखां के राही खाइए, पूरे शरीर के रोम रोम के नाल असी कुछ ना कुछ खाने रहने हैं। तो जे अज्ञानता के वश के विच असी खाइए, कन्ना के राही चुगली खानी, अखां के राही किसी की इज्जत नूं खा जाना, जबान के राही किसी की निंदिया खा जानी, ਜਦੋਂ किसी चीज़ का खाण का ना पता हो फिर उन्हें अंदर जाके जहर बन जाना है तो उस जहर ने सानू बीमारियां दे कोड़ ला देने ने। लेकिन गुरु तो जो अकल मिल जाती है ना, जिंदगी जीने की जाच आ जाती है तो बंदा जहर खाना छड्ड के अमृत का धारनी बन जाता। हम अवगुण परे एक गुण ना ही अमृत छड्ड बिखै बिखाई। हुण अवगुणा के परे सी अमृत नूं छड्ड के जहर खाना शुरू कर दिता। लेकिन गुरु ने रहमत की, सच बख्शिया, ज्ञान बख्शिया ते हुण अमृत की दात बख्शी। अमृत नाम परमेश्वर तेरा, जो सिमरै सो जीवै, जिसनों कर्म प्राप्त होवे सो जन निर्मल थीवै। ते सच्चे गुरु ने कर्म लिख दिते चंगे, जिंदगी दे विच रब दी रजा आ गई, परमात्मा दा अमृत रूपी नाम मिल गया ते बीमारियां दे कोड़ वड्डे गए। जिन एह चाखी सोई जाने गूंगे की मठियाई, रतन लुकाया लूके नहीं जे को रखे लुकाई। ते जिन ये चखी है वो ਇਹਦਾ स्वाद बड़ी चंगी तरह जानता, लेकिन ਉਹਦੇ ਕੋਲੇ शब्द नहीं है दसण ਦੇ ਲਈ भी मैं ਕਿਹੜਾ शब्द बयान करा, क्योंकि ये जिहड़ी वस्त है अनूप है। अनूप का भाव बेमिसाल, जिहदी कोई मिसाल नहीं दी जा सकती। उदाहरण दिंदे ना आपां भी फलाना ਉਹਦਾ मूँह चंद वर्गा ਉਹਦਾ मुखड़ा आ है, ਉਹਦਾ इन्ने नैन नक सोहणे, वो फलाने वर्गा, ਉਹਦੀਆਂ ਅੱਖਾਂ ਇਹਦੇ ਵਰਗੀਆਂ, ਉਹਦਾ एक आ घर ਇਹਦੇ वर्गा। उदाहरण दिते जाते, किसी चीज़ के नाल जोड़िया जाता है। लेकिन परमात्मा का नाम बेमिसाल है, उन्होंने किसी वस्तु के नाल जोड़ के नहीं वेख्या जा सकता, क्योंकि वो वर्गी मिसाल कोई दुनिया के विच नहीं। तो जिन्हें वो मिठाई चक्की है ना परमात्मा के नाम की, वो कदे स्वाद नहीं दस सकता। हुण जिद्दां एक गुंगे नूं रसगुल्ला खवा दिओ, मुड़ के गुंगे नूं पुछो भी दस भाई स्वाद किदां दा लगा तैनूं, ते गुंगा बयान नहीं कर सकता। उस तरह परमात्मा के नाम के नाल जो जिंदगी दे विच आनंद पैदा होंदा है, उन्होंने शब्दों के राही बयान नहीं किया जा सकता। उस आनंद का सिर्फ आनंद माणिया जा सकता है जिंदगी दे विचों, रोम रोम दे विचों जो मालक की रजा झलकदी है तो अनेकों के जीवन को प्रभावित कर देती है। रतन लुकाया लुकै नाही, जे को रखा लुकाई। परमात्मा का नाम एक ऐसा रत्न है जिन्होंने लुकोया नहीं जा सकता, क्योंकि जो मालक की रजा, जो बेशकीमती रत्न साडे कोले होवे ना तो अनेक चोर चिमड़ जाते आके भी इन्हां दे घर दे विच धन है, पता लग जाता है, खबर निकल जांदियां, सूह मिल जाती है। परमात्मा का नाम भी एक ऐसा रत्न है जिन्हों कदे लुकाया नहीं जा सकता। तो ये ऐसा रत्न है जिन्हों किसी तो लुटिया भी नहीं जा सकता। जल नहीं डूबै तस्कर नहीं लेवै, पाहे न साकै जाले, गुर का बचन बसै जी नाले। ना ये पानी दे विच डुबदा है, ना इनू लुटेरे लुट सकते हैं, ना ये अग्नि दे विच साड़िया जा सकता है। जिन्हें अपने जी दे नाल गुरु दे बचन नू वसा लिया, समा लिया, ते गुरु दे बचना दे विचों परमात्मा दे अमृत की जो दात प्राप्त हो गई तो जिंदगी नू ऐसा मुकाम मिल जाता है जिहदी महिमा कथन नहीं की जा सकती। नानक से अखड़ियां बयान जिन्नी जिसंदो मापरी। उन्हां अखां दी महिमा की बयान करिए जिन्हां ने अंतर हिरदे दे विच रब दे परमेश्वर दे दीदार कर लए होण। जिसनों दात करे सो पाए, जन नानक अवर न कोई। ते परमात्मा दे नाम रूपी दात उसे दी झोली दे विच पैंदी है जिस दे उत्ते मालक कर्म करदा है, रहमत करदा है, बख्शिश करदा है। ते सच ये भी उहदी बख्शिश दा पात्र बनने लई अपनी मत दे भांडे नूं सिद्धा करना पैना है।
ਵਹਿਮਾਂ ਭਰਮਾਂ ਦੇ ਪਖੰਡ ਛੱਡ ਕੇ, ਜੰਜਾਲ ਛੱਡ ਕੇ ਆਪਣੇ ਜੀਵਨ ਨੂੰ ਮਾਲਕ ਦੀ ਰਜ਼ਾ ਦੇ ਅਧੀਨ ਕਰ ਲਾ। ਸੱਚੇ ਗੁਰੂ ਨੇ ਅੰਮ੍ਰਿਤ ਰੂਪੀ ਨਾਮ ਦੀ ਬਰਕਤ ਦੇ ਨਾਲ ਤੇਰੇ ਜੀਵਨ ਦੇ ਕੋੜ ਦੂਰ ਕਰ ਦੇਣੇ ਨੇ। ਸਤਿਗੁਰੂ ਬਚਨ ਕਰਦੇ ਨੇ, ਕਿਉਂਕਿ ਸੰਸਾਰ ਵਪਾਰ ਕਰਦਾ ਹੈ ਤੇ ਅਸੀਂ ਜ਼ਹਿਰ ਦਾ ਵਪਾਰ ਕਰਦੇ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਜ਼ਹਿਰ ਦਾ ਘਰ ਛੱਡ ਤੇ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜ਼ਿੰਦਗੀ ਦੇ ਵਿੱਚ ਵਸਾ, ਕਿਉਂਕਿ ਮਾਲਕ ਦੇ ਨਾਮ ਤੋਂ ਬਿਨਾਂ ਕੋਈ ਅਕਲ ਨਹੀਂ ਜ਼ਿੰਦਗੀ ਦੇ ਵਿੱਚ ਪੈ ਸਕਦੀ ਤੇ ਨਾ ਹੀ ਕਦੇ ਮਨ ਨੂੰ ਸ਼ਾਂਤੀ ਤੇ ਸੁੱਖ ਮਿਲ ਸਕਦਾ। ਕਿਉਂਕਿ ਪਦਾਰਥਾਂ ਦੇ ਵਿੱਚੋਂ ਅਸੀਂ ਸੁੱਖ ਲੱਭਿਆ, ਸਾਨੂੰ ਪੈਸੇ ਦੇ ਵਿੱਚੋਂ ਸੁੱਖ ਚਾਹੀਦਾ ਹੈ। ਹੁਣ ਬੜੇ ਦੁਨੀਆ ਦੇ ਵਿੱਚ ਦੌਲਤਮੰਦ ਨੇ, ਆਪਣੇ ਇਸ ਕਰਨਪੁਰ ਦੇ ਵਿੱਚ ਵੀ ਐਸੇ ਉਦਾਹਰਣ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਕੋਲੇ ਪੈਸਾ ਤਾਂ ਬੜਾ ਲੇਕਿਨ ਉਹ ਸੁਖੀ ਨਹੀਂ ਗੇ। ਬੜੀ ਦੂਰ ਜਾਣ ਦੀ ਲੋੜ ਨਹੀਂ, ਤੁਸੀਂ ਆਪਣੇ ਮੁਹੱਲਿਆਂ ਦੇ ਵਿੱਚ ਹੀ ਕਦੇ ਅੰਕਲਨ ਕਰਕੇ ਵੇਖ ਲਿਓ। ਤੁਸੀਂ ਆਪਣੇ ਘਰ ਦੇ ਵਿੱਚ ਹੀ ਕਦੇ ਵੇਖਿਓ ਵੀ ਸਾਡੇ ਕੋਲੇ ਪੈਸਾ ਹੈ ਕਿ ਅਸੀਂ ਸੁਖੀ ਹਾਂ। ਕਰੋੜਾਂ ਅਰਬਾਂ ਰੁਪਈਆ ਕਮਾਉਣ ਵਾਲਾ ਬੰਦਾ ਇਹ ਗੱਲ ਕਰਕੇ ਦੁਖੀ ਵੀ ਆਪਣੇ ਪਰਿਵਾਰ ਨਾਲ ਨਹੀਂ ਮਿਲ ਸਕਦਾ। ਅਮਰੀਕਾ ਕੈਨੇਡਾ ਦੇ ਵਿੱਚ ਸਾਡੇ ਪਰਿਵਾਰਾਂ ਦੇ ਮੈਂਬਰ ਬੈਠੇ ਹੋਣਗੇ, ਬੜੇ ਦੁਖੀ ਨੇ, ਫੋਨ ਦੇ ਉੱਤੇ ਰੋਂਦੇ ਆ ਵੀ ਕਦੋਂ ਮੇਲੇ ਹੋਣ, ਕਦੋਂ ਮੇਲ ਮਿਲਾਪ ਹੋਣ। ਬੜੇ ਐਸੇ ਧਨੀ ਫੈਮਲੀਆਂ ਦੇ ਵਿੱਚੋਂ ਨੇ ਜਿਹੜੇ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਟੈਨਸ਼ਨ ਦੇ ਮਰੀਜ਼ ਬਣੇ ਹੋਏ ਨੇ। ਪੈਸਿਆਂ ਦੇ ਵਿੱਚੋਂ ਸੁੱਖ ਨਹੀਂ, ਸੁੱਖ ਮਾਲਕ ਦੀ ਰਜ਼ਾ ਦੇ ਨਾਲ ਮਿਲਣਾ ਹੈ, ਸੁੱਖ ਮਾਲਕ ਦੀ ਰਹਿਮਤ ਦੇ ਨਾਲ ਮਿਲਣਾ ਹੈ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਨਾਮ ਅੰਮ੍ਰਿਤ ਦੇ ਸਵਾਦ ਨਾ ਚਖਣ ਕਰਕੇ ਸਾਰੀ ਸ੍ਰਿਸ਼ਟੀ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬ ਰਹੀ ਹੈ। ਤ੍ਰਿਸ਼ਨਾ ਦੇ ਵਿੱਚ ਸਾਡਾ ਮਨ ਸੜ ਰਿਹਾ। ਮਾਨ ਮਹਤ ਨੇ ਸਖਤ ਕਾਈ, ਸਾਧਾਂ ਦਾਸੀ ਥੀਓ। ਕੋਈ ਹੋਰ ਆਸਰਾ, ਕੋਈ ਹੋਰ ਵਡੱਪਣ, ਕੋਈ ਹੋਰ ਤਾਕਤ ਨਾਮ ਦੀ ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ, ਜਿੰਨੀ ਮਰਜ਼ੀ ਸਿਆਣਪ ਆ ਜਾਵੇ, ਕਿਉਂਕਿ ਸਾਧਾਂ ਦਾਸੀ ਥੀਓ। ਤੇ ਜੇ ਸੱਚੇ ਸਾਧੂਆਂ ਦੀ ਸ਼ਰਨ ਪੈ ਜਾਈਏ, ਸੱਚੇ ਸਾਧੂ ਦੀ ਸੰਗਤ ਜ਼ਿੰਦਗੀ ਦੇ ਵਿੱਚ ਮਿਲ ਜਾਵੇ ਤੇ ਸਿੱਖ ਵਾਸਤੇ ਸੱਚਾ ਸਾਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਗੁਰੂ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਸੋਝੀ ਪੈ ਜਾਂਦੀ ਤੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ। ਨਾਨਕ ਸੇਦਰ ਸੋਭਾਵੰਤੇ ਜੋ ਪ੍ਰਭ ਨੇ ਕੀਓ। ਤੇ ਉਹ ਘਰ, ਉਹ ਹਿਰਦੇ ਸ਼ੋਭਾ ਵਾਲੇ ਨੇ, ਪ੍ਰਸ਼ੰਸਾ ਦੇ ਯੋਗ ਨੇ, ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਵਸ ਪਿਆ। ਜ਼ਹਿਰ ਦਾ ਵਪਾਰੀ ਨਾ ਬਣ, ਸੱਚ ਦਾ ਵਪਾਰੀ ਬਣ। ਭਗਤ ਰਵਿਦਾਸ ਜੀ ਦਾ ਇੱਕ ਉਦਾਹਰਣ ਆਉਂਦਾ ਹੈ, ਮੈਂ ਉਦਾਹਰਣ ਦੇ ਕੇ ਸਮਾਪਤੀ ਕਰਾਂ। ਬਚਨ ਕਰਦੇ ਨੇ, ਘਟ ਅਵਕਟ ਜੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਹੇ ਮਾਲਕਾ, ਜ਼ਿੰਦਗੀ ਦੇ ਰਾਹ ਦੇ ਉੱਤੇ ਮੈਂ ਤੁਰਿਆ ਹੋਇਆ। ਇਹ ਰਾਹ ਬੜਾ ਪਥਰੀਲਾ ਹੈ। ਇਸ ਪਥਰੀਲੇ ਰਾਹ ਦੇ ਵਿੱਚ ਉੱਚੇ ਉੱਚੇ ਪਹਾੜ ਨੇ, ਬੜੀਆਂ ਡੂੰਘੀਆਂ ਡੂੰਘੀਆਂ ਖਾਈਆਂ ਨੇ, ਲੇਕਿਨ ਮੇਰੀ ਜ਼ਿੰਦਗੀ ਨੂੰ ਚਲਾਉਣ ਵਾਲਾ ਜਿਹੜਾ ਬੁਲਦ ਹੈ, ਜਿਹੜਾ ਮੇਰਾ ਸਰੀਰ ਹੈ, ਇਹ ਸਰੀਰ ਨੂੰ ਬੁਲਦ ਕਿਹਾ, ਇਹ ਬੜਾ ਕਮਜ਼ੋਰ ਹੈ, ਇਹ ਬੁੱਢਾ ਹੈ, ਇਹ ਤੋਂ ਤੁਰਿਆ ਨਹੀਂ ਜਾਂਦਾ ਪਥਰੀਲੇ ਰਾਹਾਂ ਤੇ। ਇਹ ਏਡੀਆਂ ਖਾਈਆਂ ਖਾਲੀਆਂ ਲੰਘ ਨਹੀਂ ਸਕਦਾ। ਇਹ ਮੇਰੀ ਜ਼ਿੰਦਗੀ ਦਾ ਗੱਡਾ ਖਿੱਚਣ ਦੇ ਯੋਗ ਨਹੀਂ, ਕਿਉਂਕਿ ਜਿਹੜਾ ਮੇਰਾ ਮਨ ਰੂਪੀ ਬੁਲਦ ਹੈ ਇਹ ਬੜਾ ਕਮਜ਼ੋਰ ਹੈ। ਇਹ ਵਿਕਾਰਾਂ ਦੇ ਵਿੱਚ ਭੱਜਦਾ ਹੈ, ਇਹ ਡੋਲ ਜਾਂਦਾ, ਡਗਮਗਾ ਜਾਂਦਾ, ਡਿੱਗ ਜਾਂਦਾ ਥੱਲੇ। ਇਹਦੇ ਵਿੱਚ ਉੱਠਣ ਦੀ ਤਾਕਤ ਨਹੀਂ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਹੇ ਮਾਲਕਾ, ਮੈਂ ਤੇਰੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਮੇਰੇ ਗੱਡੇ ਦੇ ਵਿੱਚ ਧਨ ਲੱਦਿਆ ਹੋਇਆ, ਮਿਹਰ ਕਰ। ਤੂੰ ਆਪ ਮੇਰੇ ਬਲਦ ਨੂੰ ਬਲ ਬਖਸ਼, ਉਹਨੂੰ ਤਾਕਤ ਦੇ ਕਿ ਉਹ ਇਹ ਵਿਖੜਾ ਪੈਂਡਾ ਪਾਰ ਕਰ ਜਾਵੇ, ਕਿਤੇ ਉਹ ਡਿੱਗ ਕੇ ਮੇਰੇ ਸਾਰੇ ਧਨ ਦਾ ਸਤਿਆਨਾਸ਼ ਨਾ ਕਰ ਦੇਵੇ। ਮੇਰੀ ਪੂੰਜੀ ਨੂੰ ਬਚਾ ਲਾ। ਹੁਣ ਪੂੰਜੀ ਕਿਹੜੀ ਹੈ? ਸੱਚ ਦੀ, ਨਾਮ ਦੀ, ਧਨ ਦੀ। ਜ਼ਿੰਦਗੀ ਦੇ ਵਿੱਚ ਗੁਣ ਨੇ, ਰੱਬੀ ਗੁਣ ਨੇ, ਤੇ ਹੁਣ ਰੱਬੀ ਗੁਣਾਂ ਨੂੰ ਬਚਾਉਣਾ ਹੈ ਵੀ ਵਿਕਾਰਾਂ ਤੋਂ ਵੀ। ਇਹ ਵਿਕਾਰਾਂ ਦੇ ਵਿੱਚ ਭਿੱਜਿਆ ਹੋਇਆ ਜਿਹੜਾ ਮੇਰਾ ਮਨ ਕਮਜ਼ੋਰ ਹੋਇਆ ਪਿਆ ਹੈ, ਕਿਤੇ ਖਾਲੀ ਦੇ ਵਿੱਚ ਨਾ ਡਿੱਗ ਪਵੇ, ਵਿਕਾਰਾਂ ਦੇ ਖੂਹ ਦੇ ਵਿੱਚ ਨਾ ਡਿੱਗ ਪਵੇ, ਜਿਹਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਸੱਚ ਦਾ ਖਜ਼ਾਨਾ ਉਸ ਰੱਬ ਨੇ ਮੈਨੂੰ ਬਖਸ਼ਿਆ, ਕਿਤੇ ਉਹ ਲੁੱਟਿਆ ਨਾ ਜਾਵੇ, ਉਹ ਖਤਮ ਨਾ ਹੋ ਜਾਵੇ। ਬਚਨ ਕੀਤੇ ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਹੇ ਭਾਈ, ਮੈਂ ਉਸ ਪਰਮਾਤਮਾ ਦੇ ਨਾਮ ਦਾ ਵਪਾਰੀ ਹਾਂ ਤੇ ਆਪਣੇ ਜੀਵਨ ਦਾ ਟਾਂਡਾ ਲੱਦ ਕੇ ਲੈ ਕੇ ਜਾ ਰਿਹਾ, ਇੱਕ ਗੱਡਾ ਲੈ ਕੇ ਜਾ ਰਿਹਾ, ਰੇੜਾ ਲੱਦ ਕੇ ਲੈ ਕੇ ਜਾ ਰਿਹਾ। ਹਉ ਬਣ ਜਾਰੋ ਰਾਮ ਕੋ, ਸਹਿਜ ਕਰੂੰ ਵਪਾਰ। ਹੁਣ ਕੋਈ ਮੈਨੂੰ ਐਸਾ ਪਰਮਾਤਮਾ ਦੇ ਨਾਮ ਦਾ ਵਪਾਰੀ ਮਿਲ ਜਾਵੇ, ਕੋਈ ਪਰਮਾਤਮਾ ਦੇ ਨਾਮ ਦਾ ਕੋਈ ਵਪਾਰੀ ਮਿਲ ਜਾਵੇ ਜਿਹੜਾ ਮੇਰੇ ਨਾਲ ਇਸੇ ਰਸਤੇ ਥਾਣੀ ਜਾ ਰਿਹਾ ਹੋਵੇ ਵਪਾਰ ਕਰਨ ਸੱਚ ਦਾ, ਤੇ ਮੈਂ ਉਹ ਤੋਂ ਸਹਾਇਤਾ ਮੰਗ ਲਵਾਂ, ਉਹ ਵੀ ਮੇਰਾ ਧਨ ਆਪਣੇ ਗੱਡੇ ਦੇ ਵਿੱਚ ਲੱਦ ਲਵੇ, ਕਿਉਂਕਿ ਮੇਰਾ ਗੱਡਾ ਬੜਾ ਕਮਜ਼ੋਰ ਹੈ।
ਮੈਨੂੰ ਆਸਰਾ ਦੇ ਕੇ। ਹੁਣ ਕਈ ਵਾਰੀ ਜਿੱਦਾਂ ਵੇਖਿਆ ਹੋਣਾ ਦੁਨੀਆ ਦੇ ਵਿੱਚ ਤੁਸੀਂ ਉਦਾਹਰਣ ਵੀ ਸਾਡੀ ਗੱਡੀ ਪੈਂਚਰ ਹੋ ਜਾਵੇ, ਖਰਾਬ ਹੋ ਜਾਵੇ, ਅਸੀਂ ਆਸਰਾ ਤੱਕਦੇ ਵੀ ਕੋਈ ਰਸਤੇ ਦੇ ਵਿੱਚ ਰੁਕ ਜਾਵੇ ਜਿਹੜਾ ਸਾਡੀ ਗੱਡੀ ਨੂੰ ਟੋਚਨ ਪਾ ਲਵੇ, ਟੋਚਨ ਪਾ ਕੇ ਗੱਡੀ ਨੂੰ ਘੜੀਸ ਕੇ ਥੋੜੀ ਦੂਰ ਤੱਕ ਸ਼ਹਿਰ ਤੱਕ ਲੈ ਜਾਵੇ ਜਿੱਥੇ ਅਸੀਂ ਆਪਣੀ ਗੱਡੀ ਠੀਕ ਕਰਵਾ ਸਕੀਏ। ਇਹੀ ਆਸ ਹੁੰਦੀ ਹੈ ਨਾ। ਉਸੇ ਤਰ੍ਹਾਂ ਜਦੋਂ ਹੁਣ ਪਰਮਾਤਮਾ ਦੇ ਰਾਹ ਤੇ ਤੁਰਦੇ ਆ, ਰਸਤਾ ਬੜਾ ਵਿਖੜਾ ਸੱਚ ਦੇ ਰਾਹ ਦਾ, ਬੜਾ ਔਖਾ ਰਾਹ ਆ, ਸੱਚ ਦਾ ਧਨ ਵੀ ਬਚਾਉਣਾ ਹੈ, ਲੇਕਿਨ ਜ਼ਿੰਦਗੀ ਦਾ ਬਲਦ ਵੀ ਬੜਾ ਕਮਜ਼ੋਰ ਹੈ। ਤੇ ਫਿਰ ਬੰਦੇ ਨੂੰ ਆਸਰਾ ਚਾਹੀਦਾ ਵੀ ਮੈਨੂੰ ਕੋਈ ਐਸਾ ਆਸਰਾ ਮਿਲ ਜਾਵੇ ਜਿਹੜਾ ਮੈਨੂੰ ਫੜ ਕੇ ਉੱਥੋਂ ਤੱਕ ਲੈ ਜੇ, ਮੈਂ ਡਿੱਗਣੋਂ ਬਚ ਜਾਵਾਂ। ਕੋ ਬਣ ਜਾਰੋ ਰਾਮ ਕੋ, ਕੋਈ ਰਾਮ ਦਾ ਵਪਾਰੀ ਹੋਵੇ। ਤੇ ਉਹ ਆਸਰਾ ਸਿਰਫ ਸੱਚਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿਹੜਾ ਸਾਨੂੰ ਸੁਰੱਖਿਅਤ ਪਰਮਾਤਮਾ ਦੇ ਦਰ ਤੱਕ ਪਹੁੰਚਾਉਣ ਦੀ ਤਾਕਤ ਰੱਖਦਾ। ਮੇਰਾ ਟਾਂਡਾ ਲਾਦਿਆ ਜਾਏ ਰੇ, ਉਹ ਮੇਰਾ ਧਨ ਵੀ ਆਪਣੇ ਗੱਡੇ ਦੇ ਵਿੱਚ ਰੱਖ ਲਵੇ ਤਾਂ ਕਿ ਮੈਂ ਸਹੀ ਸਲਾਮਤ ਬਿਨਾਂ ਲੁੱਟੇ ਪਹੁੰਚ ਜਾਵਾਂ। ਕਿਉਂਕਿ ਰਸਤਾ ਹਨੇਰਾ ਹੈ, ਜੰਗਲਾਟ ਹੈ, ਮੈਨੂੰ ਡਰ ਹੈ ਕਿਤੇ ਕੋਈ ਚੋਰ ਲੁਟੇਰੇ ਨਾ ਮੈਨੂੰ ਫੜ ਲੈਣ, ਕਿਤੇ ਕੋਈ ਮੈਨੂੰ ਮਾਰ ਹੀ ਨਾ ਮੁਕਾਵੇ, ਕਿਤੇ ਮੈਂ ਲੁੱਟਿਆ ਨਾ ਜਾਵਾਂ। ਮੇਰੇ ਨਾਲ ਕੋਈ ਮੇਰਾ ਹਮਸਫਰ ਮਿਲ ਜਾਵੇ ਐਸਾ, ਜਿਹਦੀ ਵਜ੍ਹਾ ਨਾਲ ਮੇਰੇ ਮਨ ਦੇ ਵਿੱਚ ਤਸੱਲੀ ਹੋ ਜਾਵੇ ਵੀ ਹੁਣ ਮੈਂ ਸੁਰੱਖਿਅਤ ਹਾਂ, ਹੁਣ ਮੈਨੂੰ ਲੁੱਟਿਆ ਨਹੀਂ ਜਾ ਸਕਦਾ। ਬਚਨ ਕੀਤੇ ਹਉ ਬਣਜਾਰੋ ਰਾਮ ਕੋ ਸਹਿਜ ਕਰੂੰ ਵਪਾਰ। ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਤੇ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚ ਮੈਨੂੰ ਸਹਿਜ ਅਵਸਥਾ ਦੇ ਵਿੱਚ ਹੀ ਖੱਟੀ ਹਾਸਲ ਹੋ ਜਾਣੀ ਹੈ। ਅਸੀਂ ਬਿਜ਼ਨਸ ਖੋਲਦੇ ਹਾਂ, ਕੋਈ ਕੱਪੜੇ ਦੀ ਦੁਕਾਨ, ਕੋਈ ਕਰਿਆਨੇ ਦੀ ਦੁਕਾਨ, ਕੋਈ ਕਾਹਦਾ ਬਿਜ਼ਨਸ, ਕੋਈ ਕਾਹਦਾ ਬਿਜ਼ਨਸ। ਤੇ ਬੰਦੇ ਦੇ ਮਨ ਦੇ ਵਿੱਚ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਬੜਾ ਡਰ ਹੁੰਦਾ, ਤਰ੍ਹਾਂ ਤਰ੍ਹਾਂ ਦੀਆਂ ਪੂਜਾ ਕਰਵਾਊਗਾ, ਕੋਈ ਕਿਸੇ ਨੂੰ ਸੱਦੂ, ਕੋਈ ਕਿਸੇ ਨੂੰ ਸੱਦੂ। ਡਰ ਕਾਹਦਾ? ਵੀ ਬਿਜ਼ਨਸ ਦੇ ਵਿੱਚ ਪੈਸਾ ਲਾਇਆ ਕਿਤੇ ਘਾਟਾ ਨਾ ਪੈ ਜਾਵੇ, ਇਹੀ ਡਰ ਹੈ ਨਾ। ਲੇਕਿਨ ਰਵਿਦਾਸ ਜੀ ਕਹਿੰਦੇ ਨੇ ਮੈਂ ਇਹੋ ਜਿਹਾ ਵਪਾਰ ਕਰਨ ਦੇ ਲਈ ਤੁਰਿਆ, ਮੈਨੂੰ ਬਿਨਾਂ ਜ਼ੋਰ ਮਾਰੇ, ਬਿਨਾਂ ਹੋਕਾ ਦਿੱਤਿਆਂ, ਬਿਨਾਂ ਕੋਈ ਤਕਲੀਫ ਭੋਗਿਆਂ, ਸਹਿਜਤਾ ਦੇ ਨਾਲ ਬੜਾ ਸੌਖੇ ਤਰੀਕੇ ਦੇ ਨਾਲ ਮੈਨੂੰ ਇਸ ਵਪਾਰ ਦੇ ਵਿੱਚੋਂ ਨਫਾ ਮਿਲ ਜਾਣਾ, ਮੈਨੂੰ ਘਾਟਾ ਨਹੀਂ ਮਿਲਣਾ, ਕਿਉਂਕਿ ਮੈਂ ਸੌਦਾ ਘਾਟੇ ਦਾ ਨਹੀਂ ਕੀਤਾ। ਹੁਣ ਅਸੀਂ ਬਾਜ਼ਾਰ 'ਚੋਂ ਜਾਂਦੇ ਨਾ ਤਾਂ ਦੁਕਾਨਾਂ ਵਾਲੇ ਆਵਾਜ਼ਾਂ ਮਾਰਦੇ ਵੀ ਆ ਜਾਓ ਜੀ ਸਾਡੀ ਦੁਕਾਨ ਤੇ ਆ ਜਾਓ, ਤਰਲਾ ਪਾਉਂਦੇ ਆ ਵੀ ਕੋਈ ਇੱਕ ਗ੍ਰਾਹਕ ਹੀ ਸਾਡੀ ਦੁਕਾਨ ਤੇ ਆ ਜਾਏ, ਸਾਡੀ ਵਿਕਰੀ ਹੋ ਜਾਵੇ। ਤੇ ਰਵਿਦਾਸ ਜੀ ਕਹਿੰਦੇ ਮੈਨੂੰ ਤਰਲੇ ਪਾਉਣ ਦੀ ਲੋੜ ਨਹੀਂ ਹੈ, ਮੈਂ ਤਾਂ ਪਰਮਾਤਮਾ ਦੇ ਨਾਮ ਦਾ ਧਨ ਜ਼ਿੰਦਗੀ ਦੇ ਵਿੱਚ ਲੱਦਿਆ, ਮੁਰਾਦ ਸਿਰਫ ਮਾਲਕ ਤੱਕ ਹੈ, ਗ੍ਰਾਹਕ ਵੀ ਉਹ ਮਾਲਕ ਹੈ ਸੱਚੇ ਪਾਤਸ਼ਾਹ, ਤੇ ਉਹਨੇ ਆਪ ਹੀ ਮੇਰਾ ਬੋਲਬਾਲਾ ਸਾਰੀ ਦੁਨੀਆ ਦੇ ਵਿੱਚ ਕਰਵਾ ਦੇਣਾ। ਕਰਵਾਇਆ ਨਾ। ਜਿਸ ਰਵਿਦਾਸ ਨੂੰ ਵੱਡੇ ਵੱਡੇ ਵਿਪਰਵਾਦੀ ਬ੍ਰਾਹਮਣ ਚਮਿਆਰ ਕਹਿ ਕੇ ਤਰਸਕਾਰਦੇ ਸੀ, ਉਹ ਰਵਿਦਾਸ ਜੀ ਦੀ ਸ਼ਰਣੀ ਪਏ। ਅੱਜ ਨਮਸਕਾਰਾਂ ਹੁੰਦੀਆਂ ਕਿ ਨਹੀਂ 15 ਭਗਤਾਂ ਦੀ ਬਾਣੀ ਨੂੰ? ਇਹੀ ਹੈ ਜਿਨ੍ਹਾਂ ਦੀ ਮੁਰਾਦ ਸਿਰਫ ਰੱਬ ਤੱਕ ਹੋਵੇ। ਬਚਨ ਕੀਤੇ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਮੈਂ ਆਪਣੇ ਜ਼ਿੰਦਗੀ ਦੇ ਗੱਡੇ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਲੱਦਿਆ ਤੇ ਸੰਸਾਰ ਮਾਇਆ ਰੂਪੀ ਜ਼ਹਿਰ ਲੱਦੀ ਫਿਰਦਾ। ਕਿਸੇ ਨੂੰ ਗੱਡੀ ਚਾਹੀਦੀ, ਕਿਸੇ ਨੂੰ ਕਾਰ, ਕਿਸੇ ਨੂੰ ਕੋਠੀ, ਕਿਸੇ ਨੂੰ ਜ਼ਮੀਨ, ਕਿਸੇ ਨੂੰ ਪੈਸਾ, ਕਿਸੇ ਨੂੰ ਪੋਤਰਾ, ਕਿਸੇ ਨੂੰ ਧੀਆਂ ਪੁੱਤ, ਪਤਾ ਨਹੀਂ ਕੀ ਕੁਛ ਅਸੀਂ ਮੰਗਾਂ ਲੈ ਕੇ ਗੁਰੂ ਦੇ ਦਰ ਤੇ ਨਹੀਂ ਆਉਂਦੇ। ਕਿਸੇ ਨੂੰ ਬੀਜੇ, ਕਿਸੇ ਨੂੰ ਕੁਛ। ਕਦੇ ਗੁਰੂ ਤੋਂ ਗੁਰੂ ਨੂੰ ਵੀ ਮੰਗ ਲਿਆ ਕਰੀ, ਕਦੇ ਰੱਬ ਤੋਂ ਰੱਬ ਨੂੰ ਵੀ ਮੰਗ ਕੇ ਵੇਖੋ। ਵੇਖਿਓ ਕਿੰਨੀਆਂ ਬਰਕਤਾਂ ਤੇ ਜਿਹੜੀਆਂ ਦੌਲਤਾਂ ਦੇ ਵਿੱਚ ਸਾਡਾ ਮਨ ਹਮੇਸ਼ਾ ਖਚਤ ਰਹਿੰਦਾ ਨਾ, ਇਹ ਸਭ ਪਿੱਛੇ ਲੱਗੀਆਂ ਫਿਰਨਗੀਆਂ, ਕਦੇ ਸਾਡਾ ਮੂੰਹ ਕਰਨ ਨੂੰ ਜੀ ਨਹੀਂ ਕਰਨਾ। ਰਾਮ ਰਸ ਪੀਆ ਰੇ ਜਿਹੇ ਰਸ ਬਿਸਰ ਗਏ ਰਸ। ਰਵਿਦਾਸ ਜੀ ਦੇ ਘਰ ਦੇ ਵਿੱਚ ਪਾਰਸ ਪੱਥਰ ਰੱਖ ਦਿੱਤਾ ਗਿਆ। ਹੁਣ ਪਾਰਸ ਕਿੱਡੀ ਕੀਮਤੀ ਚੀਜ਼ ਹੈ ਵੀ ਸੋਨੇ ਨੂੰ ਟੱਚ ਕਰ, ਲੋਹੇ ਨੂੰ ਟੱਚ ਕਰੋ ਸੋਨਾ ਬਣ ਜਾਂਦਾ ਹੈ, ਤੇ ਰਵਿਦਾਸ ਜੀ ਨੇ ਹੱਥ ਵੀ ਨਹੀਂ ਲਾਇਆ। ਕਿਉਂ? ਕਿਉਂਕਿ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਮੈਨੂੰ ਇਸ ਪਾਰਸ ਦੀ ਲੋੜ ਨਹੀਂ, ਮੇਰੇ ਵਾਸਤੇ ਮੇਰਾ ਗੁਰੂ ਪਾਰਸ ਹੈ, ਜਿਹਨੇ ਮੇਰੇ ਲੋਹੇ ਵਰਗੇ ਜੀਵਨ ਨੂੰ ਸੋਨੇ ਵਰਗਾ ਕੀਮਤੀ ਕਰ ਦਿੱਤਾ। ਕੋ ਸਤਨਾਮ ਸ਼੍ਰੀ ਵਾਹਿਗੁਰੂ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹਿ ਜਮ ਡੰਡ ਨ ਲੱਗਈ ਤਜੀਲੇ ਸਰਬ ਜੰਜਾਲ। ਹੁਣ ਡਰ ਨਹੀਂ ਰਿਹਾ ਸਾਨੂੰ। ਬੜਾ ਡਰ ਹੈ ਨਾ ਰਾਹੂ ਕੇਤੂ ਦਾ, ਬੜਾ ਡਰ ਹੈ ਚਿੱਤਰਗੁਪਤ ਦਾ, ਬੜਾ ਡਰ ਹੈ ਗ੍ਰਹਿਣ ਦਾ। ਹੋਏ ਹੋਏ ਕੰਬ ਜਾਂਦੇ ਆ ਗਰਭਵਤੀ ਔਰਤ ਨੂੰ, ਹਾਏ ਰੱਬਾ ਕਿਤੇ ਬਾਹਰ ਨਾ ਨਿਕਲ ਜਾਈ ਤੂੰ ਕਮਰੇ ਚੋਂ, ਕਿਤੇ ਗ੍ਰਹਿਣ ਦੀ ਛਾਂ ਨਾ ਤੇਰੇ ਤੇ ਪੈ ਜਾਵੇ। ਕਿੱਡਾ ਵਹਿਮ ਅਸੀਂ ਜ਼ਿੰਦਗੀ ਦੇ ਵਿੱਚ ਕੀਤਾ ਹੋਇਆ। ਤੌਬਾ 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 ਤੌਬਾ। ਸਾਰਾ ਕੰਟਰੋਲ ਹੀ ਅਸੀਂ ਰਾਹੂ ਕੇਤੂ ਨੂੰ ਦੇ ਰੱਖਿਆ ਵੀ ਤੁਸੀਂ ਸਾਡੀ ਜ਼ਿੰਦਗੀ ਨੂੰ ਜਿੱਦਾਂ ਨਚਾਉਣਾ ਨਚਾਈ ਚੱਲੋ। ਇਹ ਸਭ ਸਾਰੇ ਪਖੰਡ ਬਣਾਏ ਸੀ ਮੇਰੇ ਵਰਗਿਆਂ ਨੇ। ਮਾਫ ਕਰਿਓ ਮੈਂ ਲਫ਼ਜ਼ ਵਰਤਾਂ। ਹੁੰਦਾ ਕੀ ਹੈ ਵੀ ਲਿਆਓ ਤੁਹਾਡੀ ਬਹੀ ਦੇ ਉੱਤੇ ਤਿਲਕ ਲਾ ਦਈਏ, ਚੰਦਨ ਲਾ ਦਈਏ, ਤੇ ਲਿਆਓ ਕੱਢੋ 2000 ਰੁਪਏ 2100 ਰੁਪਏ। ਵੀ ਤਿਲਕ ਲਾਉਣ ਦੇ ਨਾਲ ਬਹੀ ਖਾਤਾ ਭਰ ਜੂ? ਬਈ ਖਾਤਾ ਭਰਨਾ ਤੇ ਮਿਹਨਤ ਕਰਨੀ ਪੈਣੀ ਹੈ, ਮਸ਼ੱਕਤ ਕਰਨੀ ਪੈਣੀ ਹੈ, ਘਾਲਣੀ ਪੈਣੀ ਹੈ, ਫਿਰ ਜਾ ਕੇ ਬਈਆਂ ਦੇ ਉੱਤੇ ਹਿਸਾਬ ਚੜ੍ਹਦੇ ਆ ਵੱਡੇ ਵੱਡੇ। ਐਵੇਂ ਨਹੀਂ ਚੜ੍ਹਦੇ। ਤਿਲਕ ਲਾ ਕੇ ਰੱਖ ਦਿਓ ਬਈਆਂ ਨੂੰ ਤੇ ਦੁਕਾਨ ਤੇ ਜਾਓ ਨਾ, ਬੈਠੋ ਨਾ, ਤੇ ਬਈਆਂ ਕਿੱਥੋਂ ਭਰ ਜਾਣਗੀਆਂ?
कोई भी जिहड़ा आ विपरवादी जिहड़ा तुहानूं पखंड च पाउंदा, कदे उतों पुछिओ भी आ जिहड़ी पूजा पाठ तुसीं कीता, जिहड़ा उत्ते तिलक ते चौल ला के साडे तो पैसा लुੱਟ लिया ते असीं हुण लॉक ला दईए दुकान नूं ते साडे अपने अकाउंट बैलेंस चढ़ जाणगे उत्ते? कदे नहीं चढ़ते। मेहनत करनी पैंदी, खून पसीना डोलना पैंदा, बिना मेहनत तो किसी चीज़ की प्राप्ति नहीं होती। ये गुरु नानक ने सानू सिखाया। गुरु नानक ने खुद किरत की है, खुद अपने खेतों के विच काम किया, वंड के छकिया। ये सिर्फ गल्लां नहीं कीतियां भी तुसी कमाई करो ते मेरे लिए चढ़ावा लैके आओ, नहीं। गुरु साहब ने कहा मेहनत कर, हक सच दी किरत कर ते जरूरतमंदां दी सेवा कर। ये तेरा जीवन ते रब नूं जिंदगी दे विच याद रख। किहड़े राहू कीतूआं दे वहम करदे आ। रविदास जी कहंदे उरवार पार के दानियां लिख लिओ आल पताल। मैनू किसी का डर नहीं चित्रगुप्तां दा, जो लिखना लिख लो, मैनू किसी का कोई भै नहीं। जाओ थाने च जिहड़ी रिपोर्ट मेरे खिलाफ करनी कर दिओ, क्योंकि मैं कदे वो काम ही नहीं करता। मैनू थानेदार का मूँह वेखना पवे। आखो सतनाम श्री वाहिगुरू। मोहे जम डंड न लगई तजीले सर्ब निजात। ना मैनू तुहाडे जमराज का डर है, क्योंकि मैं कदे उस रस्ते ते नहीं गया जिहदी वजह नाल मैनू जमराज का सामना करना पवे। मैं सारे पदार्थों का मूँह ही छड्ड दिता, रब तक आस है। जैसा रंग कुसंभ का तैसो इव संसार, मेरे रमैये रंग मजीठ का कौ रविदास चमार। जिद्दां कच्चा होया गेरू का रंग है, उहो जे इह संसार है। संसार के पदार्थ ने इन्हें मिट जाना, खत्म हो जाना है, लेकिन मेरे परमात्मा का रंग मजीठ का रंग है, पक्का रंग है, जिहड़ा कदे भी मिटदा नहीं। ते जिसनूं परमात्मा के नाम का रंग चढ़िया होवे ते पापां दी मैल कदे उहदे जीवन नूं प्रभावित नहीं कर सकदी। क्योंकि जिंदगी दे विच ऐसी तब्दीली आ गई, अब तो जाए चढ़े संघासन मिले है सारंग पानी, राम कबीरा एक वे कोई न सके पछानी। हुण एडे उच्चे संघासन ते बिठाता भी परमात्मा ते मेरे विचकार कोई भेद नहीं रहा। पुरानी जिहड़ी कबुद्धि खत्म हो गई, हुण मेरा दूजा विआह हो गया। हुण दूजा विआह दा पावे नहीं भी शरीर रूपी विआह, इत्थे मत रूपी विआह। पहली भैड़ी मत दे नाल विआह कराया होया सी, जिन्हें जिंदगी हुण घर दे विच गंदी घर वाली आ जाए ना, माफ करना मैं लफ्ज़ वरतना, ऐसी घर वाली ऐसी गृहणी आ जाए जिंदगी तबाह कर दिंदी, जिहड़ी घर पाड़न वाली होवे। भरावां भरावां दे विच वैर पाता, तेरा भरा ऐ कर दे। जिहड़े कल तक जिहड़े भरा एक दूजे की जान हुंदे सी, वो भरा दुश्मन बन गए। किद्दां बन गए? कन्नां दे विच फूक दिता भी तेरा भरा आह काम करदा, उहदे कोले पैसा ज़्यादा जा रहा, तेरे कोले घट आ। माइंड वॉश कर दिता, माँ बाप के खिलाफ बच्चे नूं भड़का दिता, घर नूं खेरू खेरू कर दिता। लेकिन कोई सुहेली घर वाली आ जाए, कोई चंगी बच्ची जिन्हों माँ बाप ने चंगे गुणों के नाल सिरजिया हो भी नहीं बेटा तू अपने घर में जोड़ना है, तेरे लिए तेरा सहुरा ते तेरी सासी माँ बाप ने, तेरे लिए तेरा दिओर तेरा भरा आ छोटा, दराणियां ते जठाणियां दे नाल भैणां वांगू तू रहना, अपने पति की सेवा करनी है। जो ये सिक्ख्या दे के तोरिया सहुरे घर, उन्हें घर नूं स्वर्ग बना दिता। घर दे विच खुशी खुशी है, सब नूं एक सूत्र दे विच परो दिता। वो चुगली नहीं करती, वो एक दूजे की गल इधर उधर, कोई गल नहीं जी मेरी सस ने कुछ कहता, कोई गल नहीं मेरी माँ ने किया, कोई गुस्से वाली गल नहीं, मन दे विच खौर नहीं। हुण एडी सुसज्जी मत वाली जे घर वाली आ जाए तो घर आबाद हो जाता है। जिहड़े भरावां दे विच वैर भी पिया होवे ना, उन्हां दे विच भी प्यार पा दिंदी है, भरावां नूं आपस दे विच मिला दिंदी है भी कोई गल नहीं, तुसीं भराओ मिलो आपस दे विच, वैर विरोधता ना करो। हुण रब ने मेहर रहमत की है, मेरी घरवाली बड़ी माड़ी सी जिन्हें मेरी जिंदगी बर्बाद कर दी। रब ने मेरी घरवाली तो तलाक करवा के मेरा रिश्ता चंगे घर करा दिता। हुण वाली घरवाली बड़ी चंगी मिली है जिन्हें मेरे घर नूं जोड़ता। हुण इत्थे घरवाली किहड़ी है? घरवाली है सुरत। हुण सुरत दे विच भगत जी ये उदाहरण दिंदे ने, छोटा जिहा शब्द है, कहंदे पहली करूप कुजात कुलखणी सौरे पईए बुरी। मेरी जिहड़ी पहली घर वाली सी बड़ी करूप सी। इत्थे मत की गल कर रहे हैं, मत सुरत दे विच जिहड़ी पहली अकल सी बड़ी करूप सी, बड़ी कुजात सी, बड़ी भैड़ी जात वाली ते कुलखणी भाव भैड़े लक्षणा वाली, जिन्हें मेरे घर नूं तबाह कर दिता, बर्बाद कर दिता। क्यों? क्योंकि उहदे विच ईर्षा सी, द्वेष सी, एक दूजे नूं मार मकाउण दा जिहड़ा अंदर अंतरी भावना सी भी मैं उन्हों लुट लवां, उन्हों मार देवां, उहदी इज्जत लुट लवां, उहदा पैसा लुट लवां, उहदे नाल ठगी, ईर्षा द्वेष दे नाल भरी हुई मत। इत्थे घर वाली की मत अकल की गल कर रहे हैं, अकल दे नाल जोड़िया। पहली जिहड़ी अकल, पहली जिहड़ी घर वाली बड़ी भैड़ी सी, जिन्हें जिंदगी दे विच तबाही मचा रखी सी। अब की स्वरूप सुजान सुलखणी सहजे उधर धरी। ते जिहड़ी हुण मैनूं घर वाली मिली है, जिहड़ी हुण नवीं घर वाली मेरी आई आ, वो बड़ी सोहनी है, उसका रूप बड़ा सोहना है।
ਉਹਦੀ ਮੱਤ ਬੜੀ ਸੋਹਣੀ, ਅਕਲ ਬੜੀ ਸੋਹਣੀ, ਸੁਲੱਖਣੀ ਹੈ, ਬੜੇ ਚੰਗੇ ਲੱਛਣਾਂ ਵਾਲੀ ਹੈ, ਜਿਹਨੇ ਮੇਰੇ ਘਰ ਨੂੰ ਗੁਣਾਂ ਦੇ ਨਾਲ ਭਰ ਦਿੱਤਾ, ਮੇਰੇ ਅੰਦਰ ਨੂੰ ਠੰਡਾ ਕਰ ਰੱਖਿਆ। ਪਹਿਲੀ ਨੇ ਤਾਂ ਮੈਨੂੰ ਤਪਾ ਰੱਖਿਆ ਸੀ, ਮੇਰਾ ਅੰਦਰ ਸੜਦਾ ਰਹਿੰਦਾ ਸੀ ਰੋਜ਼ ਵੀ ਫਲਾਣੇ ਨੇ ਕੋਠੀ ਬਣਾ ਲਈ, ਉਹਨੇ ਘਰ ਬਣਾ ਲਿਆ, ਮੇਰੇ ਭਰਾ ਕੋਲੇ ਪੈਸਾ ਕਿੱਦਾਂ ਆ ਗਿਆ, ਕੋਈ ਮੇਰੇ ਤੋਂ ਵੱਡਾ ਕਿੱਦਾਂ ਹੋ ਗਿਆ। ਇਹਨਾਂ ਸਾੜਿਆਂ ਦੇ ਵਿੱਚ ਮੈਂ ਸੜ ਰਿਹਾ ਸੀ। ਲੇਕਿਨ ਹੁਣ ਵਾਲੀ ਜਿਹੜੀ ਘਰ ਵਾਲੀ ਆਈ ਹੈ, ਉਹਨੇ ਮੇਰੇ ਅੰਦਰ ਨੂੰ ਠੰਡਾ ਕਰ ਦਿੱਤਾ, ਮੈਨੂੰ ਤਪਾਇਆ ਨਹੀਂ, ਸਗੋਂ ਮੈਨੂੰ ਤਪੇ ਹੋਏ ਨੂੰ ਵੀ ਠੰਡਾ ਕਰ ਦਿੱਤਾ। ਬੜੀ ਸੁਲੱਖਣੀ ਹੈ, ਬੜੇ ਚੰਗੇ ਲੱਛਣਾਂ ਵਾਲੀ, ਭਾਵ ਚੰਗੀ ਮੱਤ ਜ਼ਿੰਦਗੀ ਦੇ ਵਿੱਚ ਆ ਗਈ। ਅੱਗੇ ਬਚਨ ਕੀਤੇ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਚੰਗਾ ਹੋ ਗਿਆ ਕਿ ਮੇਰੀ ਪਹਿਲੀ ਘਰ ਵਾਲੀ ਮਰ ਗਈ, ਬੜਾ ਸ਼ੁਕਰ ਹੈ ਵੀ ਮਰ ਗਈ, ਚੰਗਾ ਹੋ ਗਿਆ, ਖਹਿੜਾ ਛੁੱਟਿਆ। ਹੁਣ ਇੱਥੇ ਸਰੀਰ ਰੂਪੀ ਘਰ ਵਾਲੀ ਦੀ ਗੱਲ ਨਹੀਂ, ਕਿ ਕਿਤੇ ਕਹੋ ਵੀ ਬਾਬਾ ਜੀ ਘਰ ਵਾਲੀਆਂ ਮਾਰੀ ਜਾਂਦੇ ਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਗੱਲ ਮੱਤ ਦੀ ਕਹਿ ਰਹੇ ਨੇ, ਭਗਤ ਕਬੀਰ ਜੀ ਸੁਰਤ ਦੀ ਕਹਿ ਰਹੇ ਨੇ। ਭਾ ਪਹਿਲਾਂ ਭੈੜੀ ਮੱਤ ਸੀ, ਐਸੀ ਮੱਤ ਸੀ ਜਿਹਦੇ ਵਿੱਚ ਵਿਕਾਰ ਅੰਦਰ ਸੜ ਰਿਹਾ ਸੀ। ਗੁਰੂ ਨੇ ਕਿਰਪਾ ਕੀਤੀ, ਉਹ ਭੈੜੀ ਮੱਤ ਨੂੰ ਖਤਮ ਕਰ ਦਿੱਤਾ, ਧੌਣ ਵੱਢ ਦਿੱਤੀ ਉਹਦੀ। ਮੇਰਾ ਰਿਸ਼ਤਾ ਇੱਕ ਚੰਗੀ ਮੱਤ ਦੇ ਨਾਲ ਕਰਵਾ ਦਿੱਤਾ। ਹੁਣ ਮਨ ਦੇ ਵਿੱਚ ਚੰਗੇ ਗੁਣ ਆ ਗਏ ਨੇ, ਅੰਦਰ ਠੰਡਾ ਹੈ, ਹੁਣ ਮਨ ਸੜਦਾ ਨਹੀਂ। ਸਾਰੇ ਆਪਣੇ ਲੱਗਦੇ, ਜਿਹੜੇ ਕਿਸੇ ਵਕਤ ਦੁਸ਼ਮਣ ਲੱਗਦੇ ਸੀ, ਜ਼ਹਿਰ ਵਰਗੇ ਲੱਗਦੇ ਸੀ, ਉਹ ਸਾਰੇ ਆਪਣੇ ਲੱਗਦੇ। ਕਬੀਰ ਜੀ ਕਹਿੰਦੇ ਚੰਗਾ ਹੋਇਆ ਪਹਿਲੀ ਮਰ ਗਈ, ਭਾਵ ਪਹਿਲੀ ਮੱਤ ਮਰ ਗਈ। ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਤੇ ਜਿਹੜੀ ਮੇਰੀ ਹੁਣ ਵਾਲੀ ਹੈ ਘਰ ਵਾਲੀ, ਇਹ ਜੁਗ ਜੁਗ ਜੀਵੇ, ਸਦਾ ਜੀਂਦੀ ਰਵੇ। ਇਹ ਮੇਰੀ ਮੱਤ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਮਿਲੀ ਹੈ, ਇਹ ਸਦਾ ਕਾਇਮ ਰਵੇ, ਕਿਤੇ ਇਹ ਮੇਰੇ ਤੋਂ ਦੂਰ ਨਾ ਚਲੀ ਜਾਵੇ, ਕਿਉਂਕਿ ਮੇਰਾ ਅੰਦਰ ਬੜਾ ਠੰਡਾ ਹੈ। ਹੁਣ ਮੇਰਾ ਜੀਵਨ ਬੜਾ ਖੁਸ਼ ਹੈ। ਕਹੂੰ ਕਬੀਰ ਜਬ ਲਹਰੀ ਆਈ, ਵੱਡੀ ਕਾ ਸੁਹਾਗ ਟਰਿਓ। ਲਹਰੀ ਦਾ ਅਰਥ ਹੈ ਛੋਟੀ, ਗਰੀਬਣੀ, ਗਰੀਬੜੇ ਸੁਭਾਅ ਵਾਲੀ। ਹੇ ਕਬੀਰ, ਆ ਕੇ ਜਦੋਂ ਇਹ ਗਰੀਬੜੇ ਸੁਭਾਅ ਵਾਲੀ ਬਿਰਤੀ ਮੈਨੂੰ ਮਿਲ ਗਈ, ਹੰਕਾਰ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ। ਹੁਣ ਚੰਗੀ ਘਰ ਵਾਲੀ ਆ ਗਈ, ਭਾਵ ਚੰਗੀ ਮੱਤ ਜ਼ਿੰਦਗੀ ਦੇ ਵਿੱਚ ਆ ਗਈ, ਹੰਕਾਰ ਖਤਮ ਹੋ ਗਿਆ। ਮਨ ਜਿਹੜਾ ਕਲੇਸ਼ ਦੇ ਵਿੱਚ ਤਪਿਆ ਰਹਿੰਦਾ ਸੀ, ਉਹ ਠੰਡਾ ਠਾਰ ਹੋ ਗਿਆ, ਸ਼ੀਤਲ ਹੋ ਗਿਆ। ਲਹੁਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ। ਤੇ ਇਹ ਨਿਮਰਤਾ ਵਾਲੀ ਮੱਤ ਹੁਣ ਮੇਰੇ ਨਾਲ ਸਦਾ ਰਹਿੰਦੀ ਹੈ। ਤੇ ਉਸ ਹੰਕਾਰ ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਕੇ ਲੱਭ ਲਿਆ। ਹੁਣ ਜਿਹੜੀ ਪਹਿਲੀ ਘਰ ਵਾਲੀ ਸੀ, ਉਹ ਬੜੀ ਬੇਵਫਾ ਸੀ, ਉਹ ਮੇਰੇ ਤੋਂ ਖਹਿੜਾ ਛਡਾ ਗਈ। ਗੁਰੂ ਨੇ ਮੇਰਾ ਉਹ ਤੋਂ ਖਹਿੜਾ ਛਡਵਾ ਦਿੱਤਾ। ਉਹਨੇ ਕਿਸੇ ਹੋਰ ਨੂੰ ਜਾ ਕੇ ਮੰਨ ਲਿਆ, ਕਿਸੇ ਹੋਰ ਭੈੜੇ ਬੰਦੇ ਦੀ ਸੰਗਤ ਕਰ ਲਈ, ਉਹਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਭਾਵ ਉਹ ਭੈੜੀ ਮੱਤ ਜਿਹੜੀ ਮੇਰੇ ਵਿੱਚੋਂ ਨਿਕਲ ਗਈ, ਉਹ ਕਿਸੇ ਹੋਰ ਵਿੱਚ ਜਾ ਵਸੀ ਹੈ। ਲੇਕਿਨ ਮੇਰੇ ਗੁਰੂ ਨੇ ਉਹ ਭੈੜੀ ਮੱਤ ਤੋਂ ਛੁਟਕਾਰਾ ਦਿਵਾ ਕੇ ਇੱਕ ਸੋਹਣੀ ਮੱਤ, ਸੁਹੇਲੀ ਮੱਤ ਮੈਨੂੰ ਬਖਸ਼ ਦਿੱਤੀ, ਜਿਹਦੀ ਬਰਕਤ ਦੇ ਨਾਲ ਅੱਜ ਮੇਰਾ ਘਰ ਬਾਗੋ ਬਾਗ ਹੋ ਗਿਆ। ਮੇਰੇ ਘਰ ਦੇ ਵਿੱਚ ਕਲੇਸ਼ ਨਹੀਂ ਹੈ। ਇੱਥੇ ਘਰ ਕੀ ਹੈ? ਹਿਰਦਾ ਘਰ। ਇਹਦੇ ਵਿੱਚ ਦਵੇਸ਼ ਨਹੀਂ ਹੈ, ਇਹਦੇ ਵਿੱਚ ਈਰਸ਼ਾ ਨਹੀਂ ਹੈ। ਹਰ ਕੋਈ ਮੈਨੂੰ ਆਪਣਾ ਲੱਗਦਾ ਹੈ। ਹਰ ਇੱਕ ਦੇ ਵਿੱਚੋਂ ਮੈਨੂੰ ਰੱਬ ਦੇ ਦੀਦਾਰ ਹੁੰਦੇ ਨੇ। ਕੁਦਰਤ ਦੇ ਵਿੱਚ ਵਸਿਆ ਹੋਇਆ ਰੱਬ ਸਹਿਜੇ ਹੀ ਮੈਨੂੰ ਵਿਖ ਪਿਆ। ਮੇਰਾ ਮਨ ਮੰਦਰ ਬਣ ਗਿਆ, ਮੇਰਾ ਅੰਤਰ ਮਨ ਹੀ ਤੀਰਥ ਬਣ ਗਿਆ। ਅੰਤਰ ਮਨ ਦੇ ਵਿੱਚ ਮੈਂ ਹਜ਼ਾਰਾਂ ਵਾਰੀ ਪਲ ਪਲ ਪਰਮਾਤਮਾ ਦੇ ਇਸ਼ਨਾਨ ਕਰਦਾ। ਉਹਦੇ ਅੰਮ੍ਰਿਤ ਰੂਪੀ ਜਲ ਦੇ ਨਾਲ ਆਪਣੀ ਮਤ ਨੂੰ ਮੈਂ ਧੋਣਾ ਰਹਿਣਾ। ਵਿਕਾਰਾਂ ਦੀ ਮੈਲ ਹੁਣ ਮੇਰੇ ਜੀਵਨ ਨੂੰ ਮੈਲਾ ਨਹੀਂ ਕਰ ਸਕਦੀ। ਆਪੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਸੱਚੇ ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਦੀ ਕਿਰਪਾ ਦੇ ਨਾਲ ਸੁਹੇਲੀ ਮੱਤ ਸਾਡੀ ਜੀਵਨ ਦੇ ਵਿੱਚ ਆ ਜਾਵੇ, ਭੈੜੀ ਮੱਤ ਸਾਡੀ ਜ਼ਿੰਦਗੀ ਦੇ ਵਿੱਚੋਂ ਵੱਢੀ ਜਾਵੇ, ਭੈੜੇ ਗੁਣ ਸਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣ। ਚੰਗੇ ਗੁਣਾਂ ਦੇ ਨਾਲ ਗੁਰੂ ਸਾਡੇ ਜੀਵਨ ਨੂੰ ਸਿਰਜ ਦੇਵੇ, ਤਾਂ ਕਿ ਜ਼ਿੰਦਗੀ ਦੇ ਸਾਰੇ ਕਲੇਸ਼ ਖਤਮ ਹੋ ਜਾਣ, ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ। ਸੋ ਸਤਿਗੁਰੂ ਰਹਿਮਤ ਕਰਨ। ਇਤਨੀ ਕੁ ਵਿਚਾਰ ਦੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਸੋ ਬੜੇ ਪਿਆਰ ਦੇ ਨਾਲ ਆਪ ਹਾਜ਼ਰੀ ਭਰਦੇ। ਗੁਰੂ ਮਹਾਰਾਜ ਆਪ ਸਭ ਦਾ ਭਲਾ ਕਰਨ, ਚੜ੍ਹਦੀ ਕਲਾ ਭਰਿਆ ਜੀਵਨ ਬਖਸ਼ਣ। ਇਸੇ ਤਰ੍ਹਾਂ ਗੁਰੂ ਚਰਨਾਂ ਦਾ ਪਿਆਰ ਬਖਸ਼ਣ। ਦਾਸਰਿਆਂ ਪਾਸੋਂ ਕੀਰਤਨ ਵਿਚਾਰ ਕਰਦਿਆਂ, ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਸਤਿਗੁਰੂਆਂ ਦੇ ਅੱਗੇ ਅਸੀਸ ਚਰਨਾਂ ਦੇ ਪਾਸ ਅਰਦਾਸ ਹੈ। ਗੁਰੂ ਮਹਾਰਾਜ ਰਹਿਮਤ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਦੀ, ਗੁਰੂ ਸੰਗਤ ਦੇ ਚਰਨਾਂ ਦੀ ਸੇਵਾ ਬਖਸ਼ਦੇ ਰਹਿਣ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।